ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਚੱਕਾ ਜਾਮ ਦੀ। ਤਾਂ ਹੁਣ ਤੋਂ 1 ਘੰਟੇ ਬਾਅਦ ਚੱਕਾ ਜਾਮ ਹੋਣਾ ਹੈ ਔਰ 12 ਤੋਂ 3 ਵਜੇ ਚੱਕਾ ਜਾਮ ਹੋਵੇਗਾ। ਦੇਸ਼ ਭਰ ਦੇ ਵਿੱਚ ਕਿਸਾਨਾਂ ਦਾ ਚੱਕਾ ਜਾਮ 12 ਵਜੇ ਸ਼ੁਰੂ ਹੋਣ ਵਾਲਾ ਹੈ। 12 ਵਜੇ ਤੋਂ ਰੋਡ ਬਲੌਕ ਕਰਨਗੇ ਕਿਸਾਨ। ਨੈਸ਼ਨਲ ਅਤੇ ਸਟੇਟ ਹਾਈਵੇ ਤੇ ਲਗਾਉਣਗੇ ਜਾਮ। 3 ਵਜੇ ਤੱਕ ਚੱਲੇਗਾ ਕਿਸਾਨਾਂ ਦਾ ਚੱਕਾ ਜਾਮ। ਐਮਰਜੈਂਸੀ ਸਹੂਲਤਾਂ ਨੂੰ ਨਹੀਂ ਰੋਕਣਗੇ ਕਿਸਾਨ। ਦਿੱਲੀ, यूपी, उत्तराखंड ਦੇ ਵਿੱਚ ਜਾਮ ਨਹੀਂ ਕਰਨਗੇ ਕਿਸਾਨ ਔਰ ਚੱਕਾ ਜਾਮ ਕਾਰਨ ਸਾਰੀਆਂ ਥਾਵਾਂ ਤੇ ਸਖਤ ਸੁਰੱਖਿਆ ਦਾ ਪਹਿਰਾ ਇਸ ਵੇਲੇ ਲਾ ਦਿੱਤਾ ਗਿਆ ਹੈ। ਤਾਂ 1 ਘੰਟੇ ਦਾ ਸਮਾਂ ਰਹਿ ਗਿਆ ਔਰ ਚੱਕਾ ਜਾਮ ਕੀਤਾ ਜਾਵੇਗਾ ਕਿਸਾਨਾਂ ਵੱਲੋਂ। ਔਰ ਬਹੁਤ ਦਿਨ ਪਹਿਲਾਂ ਇਸ ਚੱਕਾ ਜਾਮ ਦਾ ਜ਼ਿਕਰ ਕਰ ਦਿੱਤਾ ਗਿਆ ਸੀ, ਘੋਸ਼ਣਾ ਕਰ ਦਿੱਤੀ ਗਈ ਸੀ। ਇਸ ਦੌਰਾਨ ਜੋ ਜ਼ਰੂਰੀ ਸਹੂਲਤਾਂ ਨੇ ਉਸ ਨੂੰ ਨਹੀਂ ਰੋਕਿਆ ਜਾਵੇਗਾ, ਭਾਵੇਂ ਉਹ ਐਮਰਜੈਂਸੀ ਦੀ ਸੇਵਾ ਹੋਵੇ, ਕੋਈ ਐਂਬੂਲੈਂਸ ਦੀ ਸੇਵਾ ਹੋਵੇ ਜਾਂ ਫਿਰ ਫੌਜੀਆਂ ਦੇ ਦਸਤੇ ਹੋਣ, ਉਹਨਾਂ ਤੇ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ। छब्बी जनवरी ਦੀ ਹਿੰਸਾ ਦੇ ਸਾਏ 'ਚ ਕਿਸਾਨ ਇੱਕ ਵਾਰ ਫਿਰ ਸੜਕਾਂ ਤੇ ਉਤਰਨ ਵਾਲੇ ਨੇ। ਖੇਤੀ ਕਾਨੂੰਨਾਂ ਦੇ ਖਿਲਾਫ ਸ਼ਨੀਵਾਰ ਨੂੰ ਕਿਸਾਨ ਦੇਸ਼ ਭਰ 'ਚ ਚੱਕਾ ਜਾਮ ਕਰਨਗੇ ਅਤੇ ਜਿਨ੍ਹਾਂ ਹਾਲਾਤਾਂ 'ਚ ਕਿਸਾਨ ਜਥੇਬੰਦੀਆਂ ਦਾ ਇਹ ਵਿਰੋਧ ਪ੍ਰਦਰਸ਼ਨ ਹੋਣ ਜਾ ਰਿਹਾ ਹੈ, ਉਸ ਨੇ ਦਿੱਲੀ ਤੋਂ ਲੈ ਕੇ ਹਰਿਆਣਾ ਤੱਕ 'ਚ ਪੁਲਿਸ ਦੀ ਵੀ ਬੇਚੈਨੀ ਵਧਾ ਦਿੱਤੀ ਹੈ, ਜਿਸ ਦੀ ਦੀਵਾਨਗੀ ਇੱਕ ਦਿਨ ਪਹਿਲਾਂ ਹੀ शहर दिखने लगी है। जिले करनाल में 11 पॉइंट पर रोड जाम रहेंगे, जिसमें मेन पॉइंट जो है यही टोल पे रहेगा और 3 असंध में है। असंध का एक तो अपना अनाज मंडी के आगे असंध का, एक प्योंत टोल के आगे है और एक बड़े में है और 3 ही इंद्री तहसील में है। प्रशासन की तरफ से कल का इनको पूरे करनाल में 11 जगह इन्होंने चक्का जाम के प्रोग्राम बनाया है, तो उसको देखते हुए हमने मैक्सिमम फोर्स लगाई है। ਸਰਹੱਦਾਂ ਤੇ ਕੜੀ ਚੌਕਸੀ ਦੇ ਨਾਲ ਹੀ ਦਿੱਲੀ ਪੁਲਿਸ ਲਗਾਤਾਰ ਗੁਆਂਢੀ ਸੂਬਿਆਂ ਦੇ ਵੀ ਸੰਪਰਕ 'ਚ ਹੈ। तमाम बॉर्डर पे जहां पे इनकी मौजूदगी है वहां पे कड़ी सुरक्षा का बंदोबस्त किया है ताकि कोई उपद्रवी दिल्ली के अंदर प्रवेश ना कर सके। और साथ में जब भी इस तरह से बंद या चक्का जाम का कॉल होता है तो पूरे जो डिस्ट्रिक्ट के पुलिस होते हैं, पुलिस अलग अलग सेंसिटिव पॉइंट्स पे उनकी तैनाती होती है। तो तमाम जिलाधिकारियों को ये निर्देश दिया गया है कि वो अपनी व्यवस्था दुरुस्त करके उसको कायम रखें और कहीं पर भी उपद्रव होने पर उसको तुरंत कानून के गिरफ्त में लाएं। ਇਹ ਗੱਲ ਪਹਿਲਾਂ ਤੋਂ ਹੀ ਤੈਅ ਹੈ ਕਿ ਕਿਸਾਨਾਂ ਦੇ ਚੱਕਾ ਜਾਮ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਅਤੇ ਹਰਿਆਣਾ 'ਚ ਦਿਖੇਗਾ, ਜਦਕਿ ਦਿੱਲੀ ਅੰਦਰ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦਾ ਫਿਲਹਾਲ ਕੋਈ ਪਲਾਨ ਨਹੀਂ ਹੈ। ਰਾਕੇਸ਼ ਟਿਕੈਤ ਜੋ यूपी ਅਤੇ ਉੱਤਰਾਖੰਡ ਦੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਨੇ, ਉਹ ਵੀ ਗੰਨੇ ਦੀ ਵਾਢੀ ਦੀ ਸੀਜ਼ਨ ਦੀ ਵਜ੍ਹਾ ਕਰਕੇ ਚੱਕਾ ਜਾਮ ਤੋਂ ਦੂਰ ਰਹਿਣਗੇ। देखिए, यूपी और उत्तराखंड में 2 स्टेट्स में तो क्योंकि वहाँ इसके गन्ने की कटाई का जोर है, वहाँ तो ज्ञापन देंगे लोग, बाकी सारे देश में चक्का जाम होगा। अब वहाँ के होल्ड पर रख दिए, किसी भी टाइम जरूरत पड़ सके पूरी ताकत जाम में नहीं लगाएंगे, उनको पूरा रख दिया कि होल्ड पे कभी भी यहाँ पे मूवमेंट में आना पड़ सकता है। बैकअप पूरा तैयार है, बैकअप पूरा तैयार है, उनकी एनर्जी जाम में नहीं लगानी हमको। ਕਿਸਾਨਾਂ ਨੇ ਸਿਆਸੀ ਪਾਰਟੀਆਂ ਨੂੰ ਆਪਣੇ ਮੰਚਾਂ ਤੋਂ ਦੂਰ ਰੱਖਿਆ ਹੋਇਆ ਹੈ, ਪਰ ਸਿਆਸੀ ਦਲ ਕਿਸਾਨਾਂ ਦੇ ਨੇੜੇ ਆਉਣ ਦਾ ਬਹਾਨਾ ਲੱਭ ਹੀ ਲੈਂਦੇ ਨੇ। ਕਾਂਗਰਸ ਨੇ ਵੀ ਚੱਕਾ ਜਾਮ ਦਾ ਸਮਰਥਨ ਕੀਤਾ ਹੈ, ਹਾਲਾਂਕਿ ਨਾਲ ਹੀ शांतिपूर्ण प्रदर्शन की भी अपील की है। मेरी एक ही गुजारिश है किसानों के साथ कि 26 जनवरी वाला काम रिपीट नहीं होना चाहिए और आपको बिल्कुल शांतिपूर्वक अपनी बात रखनी चाहिए। ये आज़ादाना मुल्क है, डेमोक्रेटिक मुल्क है, इधर शांति से बात रखने पर आपको कोई रुकावट नहीं डाल सकता। और हम सारी ऑपोजिशन पार्टी और हिंदुस्तान का हर निवासी इस संघर्ष में आपके साथ। ਪ੍ਰਦਰਸ਼ਨ ਅਜਿਹੇ ਦੌਰ 'ਚ ਹੋ ਰਿਹਾ ਹੈ ਜਦੋਂ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਬੰਦ ਪਈ ਹੈ। ਇਸ ਲਈ ਸਰਕਾਰ ਵੱਲੋਂ ਇੱਕ ਵਾਰ ਫਿਰ ਯਾਦ ਦਿਵਾਇਆ ਗਿਆ ਹੈ ਕਿ ਕਿਸਾਨ ਜਦੋਂ ਚਾਹਣ ਉਦੋਂ ਗੱਲਬਾਤ ਦੀ ਮੇਜ਼ ਤੇ ਬੈਠ ਸਕਦੇ ਨੇ। मैंने सभी दल के नेताओं को भी और किसानों को भी आग्रह किया है कि सरकार खुले मन से व्यापक दृष्टिकोण के आधार पर बातचीत करने को पूरी तरह से तैयार है और किसान के साथ सम्मानपूर्वक हम लोग बातचीत करते रहे भी हैं
हमने उनको प्रस्ताव भी दिया है। प्रस्ताव जब उनका आएगा तो निश्चित रूप से हम दोबारा से बातचीत करेंगे। ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ, ਇਹ ਗੱਲ ਸਰਕਾਰ ਅਤੇ ਕਿਸਾਨ ਦੋਵੇਂ ਬਖੂਬੀ ਸਮਝਦੇ ਨੇ। ਪਰ ਗੱਲ ਕਿਹਨਾਂ ਸ਼ਰਤਾਂ ਤੇ ਹੋਵੇਗੀ ਇਹ ਜ਼ਿਆਦਾ ਦਿਲਚਸਪ ਹੈ, ਕਿਉਂਕਿ ਸਰਕਾਰ ਕਿਸੇ ਵੀ ਹਾਲ 'ਚ ਕਾਨੂੰਨ ਰੱਦ ਕਰਨ ਦੇ ਮੂਡ 'ਚ ਨਜ਼ਰ ਨਹੀਂ ਆ ਰਹੀ, ਜਦਕਿ ਕਿਸਾਨਾਂ ਨੂੰ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਬਿਊਰੋ ਰਿਪੋर्ट न्यूज़ 18 पंजाब। ਤੇ ਹੁਣ ਤੋਂ ਲਗਭਗ 1 ਘੰਟਾ ਬਾਅਦ ਚੱਕਾ ਜਾਮ ਸ਼ੁਰੂ ਹੋ ਜਾਵੇਗਾ ਔਰ ਕਿਸਾਨਾਂ ਵੱਲੋਂ ਐਕਸ਼ਨ ਪਲਾਨ ਬਹੁਤ ਦਿਨ ਪਹਿਲਾਂ ਹੀ ਵੇਟ ਦਿੱਤਾ ਗਿਆ ਸੀ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਤੱਕ ਚੱਕਾ ਜਾਮ ਦੇ ਨਾਲ ਸੰਬੰਧਿਤ ਹਰ ਤਸਵੀਰ ਤੁਹਾਡੇ ਤੱਕ ਪਹੁੰਚਾਈ ਜਾਵੇ। ਉਧਰ ਚੱਕਾ ਜਾਮ ਦੇ ਕਾਰਨ ਦਿੱਲੀ NCR ਦੇ ਵਿੱਚ ਸਖਤ ਸੁਰੱਖਿਆ ਤੈਨਾਤ ਕਰ ਦਿੱਤੀ ਗਈ ਹੈ। ਚੱਪੇ-ਚੱਪੇ ਤੇ ਪੁਲਿਸ ਅਤੇ ਨੀਮ ਫੌਜੀ ਦਸਤੇ ਤੈਨਾਤ ਕੀਤੇ ਗਏ ਨੇ। ਦਿੱਲੀ NCR ਦੇ ਵਿੱਚ 50,000 ਜਵਾਨ ਤੈਨਾਤ ਕੀਤੇ ਜਾ ਚੁੱਕੇ ਨੇ। ਲਾਲ ਕਿਲਾ ITO ਅਤੇ ਸਾਰੇ ਬਾਰਡਰਾਂ ਤੇ ਸਖਤ ਪਹਿਰਾ ਇਸ ਵੇਲੇ ਸੰਵੇਦਨਸ਼ੀਲ ਥਾਵਾਂ ਤੇ ਡਰੋਨ ਦੇ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ ਔਰ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਜੋ ਹਿੰਸਾ ਹੋਈ ਸੀ ਉਸ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ਤੇ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਔਰ ਹਾਲਾਂਕਿ ਦਿੱਲੀ NCR ਦੇ ਵਿੱਚ ਚੱਕਾ ਜਾਮ ਨਹੀਂ ਰਹੇਗਾ ਔਰ ਪਰ ਇਸ ਦੇ ਬਾਵਜੂਦ 26 ਜਨਵਰੀ ਦੀ ਜੋ ਕੁਝ ਘਟਨਾ ਰਹੀ ਹੈ ਉਸ ਤੋਂ ਬਾਅਦ ਲਗਾਤਾਰ ਇਸ ਵੇਲੇ ਸੁਰੱਖਿਆ ਦਸਤੇ ਜਿਹੜੇ ਨੇ ਉਹ ਬਿਲਕੁਲ ਚਾਕ ਚੌਬੰਦ ਤੇ ਨੇ ਔਰ ਪੂਰੇ ਤੈਨਾਤੀ ਦੇ ਵਿੱਚ ਨੇ। ਰੈਪਿਡ ਫੋਰਸ ਜਿਹੜੀ ਹੈ ਉਸ ਦੀ ਵੀ ਨੰਬਰ ਜਿਹੜਾ ਉਹ ਵਧਾ ਦਿੱਤਾ ਗਿਆ ਤੇ ਵੱਖ-ਵੱਖ ਥਾਵਾਂ ਤੇ ਭਾਵੇਂ ਉਹ ਬਾਰਡਰ ਹੋਣ ਜਾਂ ਫਿਰ ਭਾਵੇਂ ਉਹ ਜਿਹੜੇ ਜਿੰਨੇ ਵੀ ਸੰਵੇਦਨਸ਼ੀਲ ਇਲਾਕੇ ਨੇ, ਸੈਂਸਿਟਿਵ ਇਲਾਕੇ ਨੇ, ਉਹਨਾਂ ਸਾਰਿਆਂ ਤੇ ਹੀ ਪੁਲਿਸ ਦਾ ਕਰੜਾ ਪਹਿਰਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਹੈ। ਹੁਣ ਗੱਲ ਕਰਾਂਗੇ ਨਗਰ ਨਿਗਮ ਇਲੈਕਸ਼ਨ ਦੀ। ਨਿਗਮ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਸੁਖਬੀਰ ਬਾਦਲ ਨੇ ਸਵਾਲ ਚੁੱਕੇ ਨੇ, तमाम ਸਵਾਲ ਚੁੱਕੇ ਨੇ। ਸੁਖਬੀਰ ਬਾਦਲ ਅਕਾਲੀ ਦਲ ਪ੍ਰਧਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਇਸ ਦੇ ਨਾਲ ਚੋਣਾਂ ਨੂੰ ਲੈ ਕੇ ਸਵਾਲ ਵੀ ਚੁੱਕੇ ਗਏ ਨੇ। ਇਹ ਚੋਣ ਨਹੀਂ ਸਿਰਫ ਦਿਖਾਵਾ ਹੈ, ਸੁਖਬੀਰ ਬਾਦਲ ਵੱਲੋਂ ਕਿਹਾ ਗਿਆ। ਪੁਲਿਸ ਦੇ ਨਾਲ ਮਿਲ ਕੇ ਕਾਂਗਰਸ ਸ਼ਰੇਆਮ ਗੁੰਡਾਗਰਦੀ ਕਰ ਰਹੀ ਹੈ। ਤੁਹਾਨੂੰ ਦੱਸ ਦੇ ਕਿ ਲਗਾਤਾਰ ਇਲਜ਼ਾਮਬਾਜ਼ੀਆਂ ਦਾ ਦੌਰ ਜਾਰੀ ਹੈ ਔਰ ਸਿਆਸੀ ਧਿਰ ਆਪਸ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਮੜ ਰਹੇ ਨੇ। ਖਾਸ ਕਰਕੇ ਜਦੋਂ ਨਗਰ ਨਿਗਮ ਚੋਣਾਂ 14 ਫਰਵਰੀ ਨੂੰ ਹੋਣੀਆਂ ਨੇ ਤਾਂ ਉਸ ਤੋਂ ਪਹਿਲਾਂ ਲਗਾਤਾਰ ਇਸ ਵੇਲੇ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਅੱਜ ਸੁਖਬੀਰ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਹਨਾਂ ਨੇ ਕਾਂਗਰਸ ਤੇ तमाम ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਨੇ। ਕਿ ਹਰ ਸਟੇਟ ਦੇ ਵਿੱਚ ਮੈਂ ਤੋਮਰ ਸਾਹਿਬ ਨੂੰ ਦੂਜਾ ਸਵਾਲ ਪੁੱਛਦਾ ਕੌਣ ਹੈ, ਇੱਕ ਕਿਸਾਨ ਜਥੇਬੰਦੀ ਹਿੰਦੁਸਤਾਨ ਦਾ ਨਾਮ ਲੈ ਲਿਓ ਜਿਹਨੇ ਇਹਦਾ ਸਵਾਗਤ ਕੀਤਾ। ਇੱਕ ਵੀ ਕਿਸਾਨ ਜਥੇਬੰਦੀ, ਇੱਕ ਵੀ ਪੋਲੀਟੀਕਲ ਪਾਰਟੀ ਜਿਹੜੀ ਕਿਸਾਨੀ ਨਾਲ ਸੰਬੰਧਿਤ ਹੈ ਜਿਹਨੇ ਸਵਾਗਤ ਕੀਤਾ, ਆਪਣੇ ਆਪ ਹੀ ਜਵਾਬ ਮਿਲ ਜਾਊਗਾ। ਤਾਂ ਬੀਤੇ ਦਿਨ ਉਧਰ ਰਾਜ ਸਭਾ ਵਿੱਚ ਬੇਹੱਦ ਹੰਗਾਮਾ ਦੇਖਣ ਨੂੰ ਮਿਲਿਆ ਔਰ ਉਸ ਤੇ ਸੁਖਬੀਰ ਬਾਦਲ ਦਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਵੀ तमाम ਸਵਾਲ ਉਹਨਾਂ ਵੱਲੋਂ ਪੁੱਛੇ ਗਏ। ਇੱਕ ਜਥੇਬੰਦੀ ਦੱਸੋ ਜੋ ਕਿ ਕਾਨੂੰਨ ਦੇ ਹੱਕ ਦੇ ਵਿੱਚ ਹੋਵੇ। ਖੇਤੀ ਮੰਤਰੀ ਸਿਰਫ ਸਿਆਸੀ ਬਿਆਨਬਾਜ਼ੀ ਕਰ ਰਹੇ ਨੇ। ਸਰਕਾਰ ਨੂੰ ਕਿਸਾਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਤਿੰਨੇ ਖੇਤੀ ਕਾਨੂੰਨ ਵਾਪਸ ਲਵੇ ਸਰਕਾਰ। ਤਾਂ ਸੁਖਬੀਰ ਬਾਦਲ ਵੱਲੋਂ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ। ਤੁਹਾਨੂੰ ਦੱਸ ਦੇ ਕਿ ਬੀਤੇ ਦਿਨ ਰਾਜ ਸਭਾ ਦੇ ਵਿੱਚ ਨਰਿੰਦਰ ਤੋਮਰ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ ਸੀ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਤੱਕ ਅਗਰ 12 ਮੀਟਿੰਗ ਵੀ ਹੋ ਚੁੱਕੀਆਂ ਨੇ, 11-12 ਜਿੰਨੀਆਂ ਵੀ ਮੀਟਿੰਗ ਹੋ ਚੁੱਕੀਆਂ ਨੇ, ਉਸ ਦੇ ਵਿੱਚ ਕਿਸਾਨ ਆਗੂ ਇੱਕ ਵੀ ਖਾਮੀ ਨਹੀਂ ਦੱਸ ਸਕੇ ਨੇ, ਜਿਸ ਤੇ ਮੁੜਵਾ ਜਵਾਬ ਸੁਖਬੀਰ ਬਾਦਲ ਵੱਲੋਂ ਦਿੱਤਾ ਗਿਆ ਕਿ ਕੋਈ ਇੱਕ ਜਥੇਬੰਦੀ ਦੱਸੋ ਜੋ ਕਿ ਕਾਨੂੰਨ ਦੇ ਹੱਕ ਦੇ ਵਿੱਚ ਹੋਵੇ ਔਰ ਖੇਤੀਬਾੜੀ ਮੰਤਰੀ ਸਿਰਫ ਸਿਆਸੀ ਬਿਆਨਬਾਜ਼ੀ ਕਰ ਰਹੇ ਨੇ। ਇਹ ਕਹਿਣਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ। ਮੈਂ ਅਫਸਰ ਸਾਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਹੈ, ਤੁਸੀਂ ਇੰਨੀ ਥੱਲੇ ਨਾ ਲੱਗ ਜਾਓ ਕਿ ਜਿਹੜੀ ਅਫਸਰ ਦੀ ਜਿਹੜੀ ਹੁੰਦੀ ਹੈ ਕ੍ਰੈਡੀਬਿਲਿਟੀ ਉਹ ਹੀ ਖਤਮ ਹੋ ਜਾਏ। ਜਿਹੋ ਜਿਹੀ ਹਾਲਾਤ ਬਣੀ ਪਈ ਹੈ, ਪੁਲਿਸ ਆਪ ਅੱਗੇ ਹੋ ਕੇ ਧੱਕਾ ਕਰਾ ਰਹੀ ਹੈ, ਆਪ ਅੱਗੇ ਹੋ ਕੇ ਪੱਥਰ ਫੜਾ ਰਹੀ ਹੈ, ਆਪ ਅੱਗੇ ਹੋ ਕੇ ਲੜਾਈ ਚ ਕਰਾ ਰਹੀ ਹੈ। ਹੁਣ ਭਿੱਖੀਵਿੰਡ ਕੀ ਹੋਇਆ? ਪਹਿਲੇ ਦੂਜੀ ਪਾਰਟੀ ਦੇ ਉਮੀਦਵਾਰ ਕਾਗਜ਼ ਭਰਨ ਗਏ ਸੀ, ਉਹਨਾਂ ਨੂੰ ਭਰਨ ਦਿੱਤਾ ਸੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਗਏ ਸੀ, ਉਹਨਾਂ ਨੂੰ ਭਰਨ ਦਿੱਤਾ। ਸਾਡੇ ਉੱਥੇ ਭਿੱਖੀਵਿੰਡ ਜਿੱਥੇ ਸਾਡਾ ਦਫ਼ਤਰ ਸੀ ਉੱਥੇ ਆ ਕੇ ਕਾਂਗਰਸ ਤੋਂ ਹਮਲਾ ਕਰਾਇਆ ਪੁਲਿਸ ਨੇ ਤੇ ਉਹਦੇ ਬਾਅਦ ਸਾਡੇ ਹੀ ਬੰਦੇ ਨੇ ਪਰਚਾ ਦਿੱਤਾ। ਤੇ ਉਧਰ ਕੱਲ ਰਾਜ ਸਭਾ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨਾਂ ਨੂੰ ਸਹੀ ਦੱਸਿਆ ਸੀ ਤੇ ਕਾਨੂੰਨਾਂ ਦੇ ਤੇ ਕਿਸਾਨਾਂ ਦੇ ਗੁੰਮਰਾਹ ਹੋਣ ਦੀ ਗੱਲ ਕਹੀ ਸੀ। ਇੰਨਾ ਹੀ ਨਹੀਂ, ਤੋਮਰ ਨੇ ਇਹ ਵੀ ਚੈਲੰਜ ਕੀਤਾ ਕਿ ਕਾਲੇ ਕਾਨੂੰਨ ਕਹਿ ਕੇ ਸ਼ੋਰ ਮਚਾਉਣ ਵਾਲੇ ਵਿਰੋਧੀ ਹੁਣ ਤੱਕ ਇਹ ਨਹੀਂ ਦੱਸ ਸਕੇ ਕਿ ਆਖਿਰ ਕਾਨੂੰਨ ਦੇ ਵਿੱਚ ਕਾਲਾ ਕੀ ਹੈ।
ਰਾਜ ਸਭਾ ਦੇ ਅੰਦਰ ਖੇਤੀ ਕਾਨੂੰਨਾਂ ਤੇ ਖੂਬ ਬਹਿਸ ਹੋਈ। ਵਿਰੋਧੀ ਧਿਰਾਂ ਨੇ ਨਵੇਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਤੇ ਕਾਲੇ ਕਾਨੂੰਨ ਦੱਸਿਆ, ਪਰ ਖੇਤੀਬਾੜੀ ਮੰਤਰੀ ਨੇ ਵਿਰੋਧੀ ਧਿਰਾਂ ਤੋਂ ਪੁੱਛਿਆ ਕਿ ਉਹ ਦੱਸਣ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਖੇਤੀਬਾੜੀ ਮੰਤਰੀ ਨੇ ਰਾਜ ਸਭਾ ਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਕਿਸਾਨਾਂ ਦੇ ਨਾਲ 11 ਦੌਰ ਦੀ ਗੱਲਬਾਤ ਹੋਈ ਹੈ, ਪਰ ਕਿਸਾਨ ਕਾਨੂੰਨ ਦੇ ਵਿੱਚ ਕਮੀਆਂ ਨਹੀਂ ਦੱਸ ਸਕੇ। ਪਰ ਫਿਰ ਵੀ ਸਰਕਾਰ ਸੋਧ ਦੇ ਲਈ ਤਿਆਰ ਹੈ। ਸੋਧ ਦਾ ਮਤਲਬ ਕਾਨੂੰਨਾਂ 'ਚ ਕਮੀ ਨਹੀਂ, ਬਲਕਿ ਇਹ ਤਾਂ क्रांतिकारी कानून ने। भारत सरकार किसी भी संशोधन के लिए तैयार है। इसके मायने ये नहीं लगाना चाहिए कि किसान कानून में कोई गलती है, लेकिन किसान आंदोलन पर है। पूरे एक राज्य में गलत फहमी का शिकार हैं लोग। एक ही राज्य का मसला है। ਖੇਤੀਬਾੜੀ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਇੱਕ ਸੂਬੇ ਦੇ ਕਿਸਾਨ ਕਰ ਰਹੇ ਨੇ, ਉਹਨਾਂ ਨੂੰ ਵਰਗਲਾਇਆ ਤੇ ਭੜਕਾਇਆ ਗਿਆ ਹੈ। किसानों को इस बात के लिए बरगलाया गया है कि ये कानून आपकी जमीन को ले जाएंगे। मैं कहता हूं कॉन्ट्रैक्ट फार्मिंग के एक्ट में कोई एक प्रावधान बताए, कोई एक प्रावधान बताए। ਕੰਟਰੈਕਟ ਫਾਰਮਿੰਗ ਤੇ ਕੇਂਦਰ ਦਾ ਪੱਖ ਰੱਖਦਿਆਂ ਨਰਿੰਦਰ ਤੋਮਰ ਨੇ ਪੰਜਾਬ ਦੇ ਕੰਟਰੈਕਟ ਫਾਰਮਿੰਗ ਵਾਲੇ ਕਾਨੂੰਨ ਤੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਵਾਲੇ ਕਾਨੂੰਨ 'ਚ ਤਾਂ ਕਿਸਾਨਾਂ ਨੂੰ ਜੇਲ੍ਹ ਭੇਜਣ ਅਤੇ ਜੁਰਮਾਨੇ ਦੀ ਤਜਵੀਜ਼ ਹੈ, ਕੇਂਦਰ ਦੇ ਕਾਨੂੰਨ ਤਾਂ ਕਿਤੇ ਜ਼ਿਆਦਾ ਬਿਹਤਰ ਨੇ। पंजाब सरकार का कॉन्ट्रैक्ट फार्मिंग एक्ट उठाइए, हरियाणा सरकार का कॉन्ट्रैक्ट फार्मिंग एक्ट उठाइए, और वो तो हुड्डा जी के समय ही पारित हुआ था। विपिन जी, सवाल इसका नहीं है कि उस एक्ट में क्या लिखा है, सवाल इसका है कि कॉन्ट्रैक्ट फार्मिंग एक्ट है या नहीं है, और कॉन्ट्रैक्ट फार्मिंग एक्ट कब बना, और उस कॉन्ट्रैक्ट फार्मिंग एक्ट में अगर किसान गलती करेगा तो किसान को जेल जाना पड़ेगा। ये प्रावधान पंजाब के एक्ट में है। ਰਾਜ ਸਭਾ 'ਚ ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਸਪਸ਼ਟ ਹੈ ਕਿ ਸਰਕਾਰ ਖੇਤੀ ਕਾਨੂੰਨ ਵਾਪਸ ਲੈਣ ਬਾਰੇ ਵਿਚਾਰ ਨਹੀਂ ਕਰ ਰਹੀ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਜ਼ਿੰਦਗੀ 'ਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ ਅਤੇ ਇਹਨਾਂ ਕਾਨੂੰਨਾਂ ਦਾ ਵਿਰੋਧ ਵੀ ਸਿਰਫ ਇੱਕ ਸੂਬੇ ਦੇ ਕਿਸਾਨ ਹੀ ਕਰ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਰਾਜ ਸਭਾ ਦੇ ਵਿੱਚ ਪੰਜਾਬ ਦੇ ਸੰਸਦਾਂ ਨੇ ਖੇਤੀ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ। ਤੁਸੀਂ ਵੇਖੋ, ਤੁਸੀਂ ਉਦੋਂ ਗੱਲ ਨਹੀਂ ਮੰਨੀ। ਸਾਡਾ ਹੱਕ ਸੀ, ਸਾਰੀ ਆਪੋਜੀਸ਼ਨ ਮੰਗਦੀ ਸੀ ਕਿ ਬੁਨਿਆਦੀ ਹੱਕ ਜਿਹੜਾ ਕਨਸਟੀਟਿਊਸ਼ਨ ਨੇ ਦਿੱਤਾ ਸਾਨੂੰ ਡਿਵੀਜ਼ਨ ਦਾ, ਇੱਥੇ VOTING ਕਰਾਈ ਜਾਏ। ਤੁਹਾਡੀ ਉਸ ਟਾਈਮ ਵੀ ਜਿਹੜੀ ਸਰਕਾਰ ਦੀ ਮਨਸ਼ਾ ਸੀ ਉਹ ਸਹੀ ਨਹੀਂ ਸੀ। ਤੁਸੀਂ ਧੋਖੇ ਦੇ ਨਾਲ, ਤੁਸੀਂ ਧੋਖਾਧੜੀ ਦੇ ਨਾਲ ਜਲਦੀ ਦੇ ਵਿੱਚ ਕਾਨੂੰਨ ਬਣਾਉਣਾ ਚਾਹੁੰਦੇ ਸੀ, ਕਿਉਂਕਿ ਕੁਝ ਜਿਹੜੇ अमीर आदमी सी, बड़े कॉर्पोरेट हाउसेस सी, उन्होंने तुसी बेनिफिट देना चाहते सी, तुसी काला सी। इसमें काला ये है, इसीलिए 72 दिनों से यहाँ बॉर्डर पे किसान बैठा है, सारे देश का हिंदुस्तान सड़कों पे आ गया है और 190 शहीद हो गए हैं। आप कहते हैं कि कॉन्ट्रैक्ट फार्मिंग होगी, एसेंशियल कमोडिटी एक्ट बदल दिया और आपने ट्रेड एक्ट बदल दिया, मंडियों के साथ ओपन मार्केट दे दी और कॉन्ट्रैक्ट फार्मिंग दे दी। क्या जब कंपनी आएगी उसके साथ 2 एकड़ 3 एकड़ वाला किसान मुकाबला कर लेगा? इसलिए मैं यह कहना चाहता हूं कि इस कानून को वापस लीजिए, किसान के साथ दोबारा चर्चा कीजिए। इन एक्ट से सर बड़ी बात है कि स्टेट्स की पावर है, एग्रीकल्चर स्टेट सब्जेक्ट है, लेकिन फेडरल सिस्टम को नुकसान हो रहा है। सभी जो रीजनल पार्टी हैं वो फेडरल सिस्टम चाहती हैं, उसको बल्कि कमज़ोर किया जा रहा है। एग्रीकल्चर डिपार्टमेंट जो है वो स्टेट सब्जेक्ट है, लेकिन सेंटर ने बना दिए कानून। इसमें से वो फेडरल सिस्टम को बहुत बड़ी ਤੇ ਰਾਜ ਸਭਾ ਦੇ ਸੈਸ਼ਨ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪੰਜਾਬ ਦੇ ਐਕਟ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਲੈ ਕੇ ਲਗਾਤਾਰ ਹੁਣ ਸਿਆਸਤ ਭਖ ਰਹੀ ਹੈ। ਪੰਜਾਬ ਦੇ ਕੰਟਰੈਕਟ ਫਾਰਮਿੰਗ ਐਕਟ ਦੇ ਉੱਤੇ ਬਿਆਨਬਾਜ਼ੀ ਕੀਤੀ ਗਈ। ਖੇਤੀਬਾੜੀ ਮੰਤਰੀ ਨੂੰ ਸੁਨੀਲ ਜਾਖੜ ਦਾ ਮੋੜਵਾ ਜਵਾਬ ਵੀ ਸੁਣਨ ਨੂੰ ਮਿਲਿਆ ਹੈ। ਤੋਮਰ ਸਾਹਿਬ ਕਹਿਣਾ ਭੁੱਲ ਗਏ ਨੇ ਕਿ ਇਹ ਵੀ ਗੱਠਜੋੜ ਦੀ ਹੀ ਦੇਣ ਹੈ। ਸੁਨੀਲ ਜਾਖੜ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਇਹ ਗੱਲ ਕਹੀ ਗਈ। 2013 ਦੇ ਵਿੱਚ ਬਣਿਆ ਸੀ
ਕੰਟਰੈਕਟ ਫਾਰਮਿੰਗ ਐਕਟ ਔਰ ਉਸ ਸਮੇਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀ। ਜਾਖੜ ਵੱਲੋਂ ਇਹ ਕਿਹਾ ਗਿਆ। ਰਾਜ ਸਭਾ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਐਕਟ ਦਾ ਜ਼ਿਕਰ ਕੀਤਾ ਸੀ ਔਰ ਪੰਜਾਬ ਦਾ ਕੰਟਰੈਕਟ ਫਾਰਮਿੰਗ ਐਕਟ ਕਿਸਾਨ ਵਿਰੋਧੀ ਹੈ। ਤੋਮਰ ਵੱਲੋਂ ਇੱਕ ਗੱਲ ਕਹੀ ਗਈ। ਨਰਿੰਦਰ ਤੋਮਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਇਸ ਵੇਲੇ ਕੰਟਰੈਕਟ ਫਾਰਮਿੰਗ ਐਕਟ ਚੱਲ ਰਿਹਾ ਹੈ ਉਹ ਕਿਸਾਨ ਵਿਰੋਧੀ ਹੈ ਔਰ ਲਗਾਤਾਰ ਕੈਪਟਨ ਸਰਕਾਰ ਤੇ ਨਿਸ਼ਾਨੇ ਉਹਨਾਂ ਵੱਲੋਂ ਸਾਧੇ ਗਏ, ਜਿਸ ਤੇ ਮੁੜਵਾ ਜਵਾਬ ਦਿੰਦਿਆਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਐਕਟ ਉਸ ਵੇਲੇ ਬਣਿਆ ਸੀ ਜਦੋਂ ਕਿ ਗੱਠਜੋੜ ਸੀ ਅਕਾਲੀ ਦਲ ਤੇ ਭਾਜਪਾ ਦਾ। ਜਿਹੜਾ ਬਿਆਨ ਆਇਆ ਤੋਮਰ ਸਾਹਿਬ ਦਾ, ਤੋਮਰ ਸਾਹਿਬ ਨੂੰ ਕੋਈ ਆਹ ਕਹਿਣਾ ਭੁੱਲ ਗਿਆ ਵੀ ਆਹ ਜਿਹੜਾ ਕਾਨੂੰਨ ਬਣਿਆ ਸੀ ਇਹ 2013 'ਚ ਬਣਿਆ ਸੀਗਾ। ਆ ਇਹਨਾਂ ਦੀ ਬੀਜੇਪੀ ਸਰਕਾਰ ਨੇ ਬਣਾਇਆ ਸੀਗਾ, ਨਾਲ ਅਕਾਲੀ ਭਾਈਵਾਲ ਸੀਗੇ। ਆ 2013 ਦਾ ਕਾਨੂੰਨ ਹੈ। ਉਦੋਂ ਬੀਜੇਪੀ ਸਹਿਯੋਗੀ ਸੀਗੀ, ਬੀਜੇਪੀ ਦੇ ਮਿਨਿਸਟਰਾਂ ਦੇ ਦਸਤਖਤ ਦੇ ਨਾਲ ਬੀਜੇਪੀ ਤੇ ਅਕਾਲੀ ਦੋਨੋਂ ਭਾਈਵਾਲ ਸੀ। ਜਿਸ ਤਰ੍ਹਾਂ ਹੁਣ ਅਕਾਲੀ ਤੇ ਬੀਜੇਪੀ ਭਾਈਵਾਲ ਸੀਗੇ, ਹੁਣ ਜਿਹੜੇ 3 ਕਾਨੂੰਨ ਲੈ ਕੇ ਆਏ ਦੇ ਵਰ ਪਾਰਟ ਐਂਡ ਪਾਰਸਲ ਆਫ ਦਿਸ। ਉਹ ਕਾਨੂੰਨ ਬਣਾਤਾ, ਲੋਕਾਂ ਦਾ ਗੁੱਸਾ, 2014 ਦਾ ਪਾਰਲੀਮੈਂਟ ਇਲੈਕਸ਼ਨ ਆ ਗਿਆ, ਕਿਤੇ ਨਾ ਕਿਤੇ ਹੁਕਮਰਾਨਾਂ ਨੂੰ ਜਾਗ ਆਈ ਵੀ ਲੋਕ ਕੱਪੜੇ ਪਾੜ ਲੈਣਗੇ। ਜਿਹੜਾ ਕਮਿਸ਼ਨ ਬਣਨਾ ਸੀਗਾ ਉਹ ਕਮਿਸ਼ਨ ਨਹੀਂ ਬਣਿਆ ਤੇ ਉਹ ਸਾਰਾ ਬਿੱਲ ਠੰਡੇ ਬਸਤੇ 'ਚ ਪੈ ਗਿਆ। ਬਟ ਦ ਫੈਕਟ ਰਿਮੇਨਸ ਵੀ ਆ ਬਣਾਉਣ ਵਾਲੀ ਖੁਦ ਬੀਜੇਪੀ ਸੀਗੀ। उधर कोविड-19 महामारी ने आपसी निर्भरता की भावना को मजबूत किया, जिस नाल पूरा देश इस मुसीबत का एकजुट होकर मुकाबला कर सके। वैक्सीनेशन के ऐलान तो बाद जरूरत होगी कि असीं अपना मूरी योगदान दईए, जिस दे नाल असीं इक्को समय वायरस नूं हराउण वाल कदम वधा सकीए अते नेटवर्क 18 इस मुहिम दे विच हर कदम ते तुहाडे नाल होवेगा। जद तक सारे सुरक्षित नहीं हो जाते उद तक कोई सुरक्षित नहीं होवेगा। इस सोच के आधार पर कैंपेन संजीवनी का उद्देश्य यह सुनिश्चित करना है कि वैक्सीन पाउणा सारे भारतीयों का अधिकार है। ब्रेक तो बाद एक बार फिर तो स्वागत है। हुण तुहानू ले चलदे आ एक खूबसूरत सफर वाल। कालका तो शिमला जाने वाला इस सफर रोज हसीन वादियां जो होके लंघदा है, पर इस बार सैलानियों ने बर्फबारी का भी आनंद माणिया। बर्फीली वादियां विचाले ट्रेन का यह सफर स्विट्जरलैंड के नज़ारियां नूं भी फिक्का कर रहा है। देवभूमि ते कुदरत दी इनायत हुई है। आसमान तो डिगी बर्फ ने हरी वादियां च जादू भर दिता है, कोरोना काल दे हनेरे नूं दूर कर दिता है। सैलानियां नूं तरस रही इन्हां वादियां च एक बार फिर चहल पहल हुई है। इस चहल पहल च 4 चंद लगा रही है कालका शिमला हैरीटेज ट्रैक ते दौड़दी हैरीटेज ट्रेन, जिस च सफर करन दा ख्याल हमेशा सैलानियां च रोमांच भर दिंदा है। पर फिलहाल तां गल ही कुछ हो रहा है। शिमला में बर्फबारी हुई है और इस बीच ट्रेन चल रही है। बसें जो है सुबह के समय बंद है, तो तस्वीरें हम आपको दिखाना चाहेंगे। समर हिल से जो है हम अब शिमला स्टेशन की तरफ निकल रहे हैं। ये तस्वीरें आपको यहाँ से दिखाते हैं। बिल्कुल, मैं तो बहुत खुश हूँ, बहुत ही ज्यादा खुश हूँ। बहुत कम लोगों के नसीब में होता होगा कि जो बर्फ गिरते हुए और गिरी हुई देखे। कल तो हम लोग स्नोफॉलिंग देखे तो गजब का मजा आया। शिमला च हुई रिकॉर्ड तोड़ बर्फबारी ने एक पासे जिथे जन्नत जही खूबसूरती बिखेर दिती, तो उत्थे दूजे पासे आम लोकां नूं राह ते बसां बंद होण कारण परेशानी भी हुई है। पर ट्रेन दा यह आरामदायक अते दिल नूं सुकून देण वाला सफर जरूर जारी है। बर्फबारी बहुत भारी बर्फबारी हुई है, 2.5 से 3 फुट बर्फ पड़ी है। शिमला स्टेशन भी उसी में बहुत ज़्यादा बर्फ अभी भी आप देखेंगे बाहर पड़ी हुई है। लेकिन हमने शिमला से चलने वाली सारी की सारी गाड़ियाँ चलाई हैं। वो गाड़ियाँ थोड़ी देरी से चली हैं, जैसे आधा पौना घंटा देरी से कोई गाड़ी चली है क्योंकि हमें कांटे वगैरह बनाने में दिक्कत आ रही थी। लेकिन हमने सारी की सारी गाड़ियाँ जो कालका जाती थी उनको कल चलाया है। इस ट्रैक की खूबसूरती यह है कि ये टेढ़े मेढ़े रस्तियां अते सुरंगां तो हुंदे होए लोकां नूं कालका तो शिमला तक पहुंचाउंदी है। अते इस विचाले राह च कुछ स्टेशन बेहद खूबसूरत ने, जिस नूं लोग तस्वीरां च कैद करन तो खुद नूं रोक नहीं पाउंदे। उत्थे ही ताज़ा बर्फ